ਸਾਥੀਓ ਸਤਿ ਸ਼੍ਰੀ ਅਕਾਲ। ਮੈਂ ਉਦਮ ਸਿੰਘ ਉਦੇ ਹਿਸਟਰੀ ਤੋਂ। ਆਪਾਂ ਪਿਛਲੇ ਲੈਕਚਰ ਦੇ ਵਿੱਚ ਪੰਚਾਇਤੀ ਰਾਜ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ। ਅੱਜ ਆਪਾਂ ਪੰਚਾਇਤੀ ਰਾਜ ਦਾ ਸੈਕਿੰਡ ਪਾਰਟ ਕਰਾਂਗੇ, ਜਿਸ ਦੇ ਵਿੱਚ ਆਪਾਂ ਪੰਚਾਇਤ ਨੂੰ ਸੰਵਿਧਾਨ ਦੇ ਵਿੱਚ ਕਿਵੇਂ ਦਰਜਾ ਪ੍ਰਾਪਤ ਹੋਇਆ ਉਸ ਬਾਰੇ ਗੱਲ ਕਰਾਂਗੇ। ਜੁਲਾਈ 1999 ਦੇ ਵਿੱਚ ਰਾਜੀਵ ਗਾਂਧੀ ਦੀ ਸਰਕਾਰ ਸੀ ਅਤੇ ਰਾਜੀਵ ਗਾਂਧੀ ਦੀ ਸਰਕਾਰ 64ਵਾਂ ਸੰਵਿਧਾਨ ਸੰਸ਼ੋਧਨ ਬਿੱਲ ਲੈ ਕੇ ਆਉਂਦੀ ਆ, ਜਿਹੜਾ ਕਿ ਲੋਕ ਸਭਾ ਦੇ ਵਿੱਚ ਪਾਸ ਹੋ ਜਾਂਦਾ ਅਤੇ ਰਾਜ ਸਭਾ ਦੇ ਵਿੱਚ ਖਾਰਜ ਹੋ ਜਾਂਦਾ ਹੈ। ਉਸ ਤੋਂ ਬਾਅਦ ਸਾਥੀਓ VP ਸਿੰਘ ਦੀ ਸਰਕਾਰ ਆਉਂਦੀ ਆ। 1990 ਈਸਵੀ ਦੇ ਵਿੱਚ ਬਿੱਲ ਪੇਸ਼ ਕੀਤਾ ਜਾਂਦਾ ਹੈ। ਸਰਕਾਰ ਗਿਰ ਜਾਣ ਕਰਕੇ ਬਿੱਲ ਰੱਦ ਹੋ ਜਾਂਦਾ। ਜਦੋਂ ਬਿੱਲ ਰੱਦ ਹੋ ਜਾਂਦਾ ਤਾਂ ਨਵੀਂ ਬਣੀ ਸਰਕਾਰ ਨਰਸਿਮਹਾ ਰਾਓ ਦੀ ਸਰਕਾਰ 1991 ਦੇ ਵਿੱਚ ਬਿੱਲ ਲੈ ਕੇ ਆਉਂਦੀ ਆ ਅਤੇ ਇਹ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚੋਂ ਪਾਸ ਹੁੰਦਾ ਆਪਣੇ ਸਾਰੇ ਪੜਾਵਾਂ ਨੂੰ ਪਾਸ ਕਰਕੇ 73ਵਾਂ ਸੰਵਿਧਾਨ ਸੰਸ਼ੋਧਨ ਐਕਟ 1992 ਹੋਂਦ ਵਿੱਚ ਆ ਜਾਂਦਾ, ਜਿਹੜਾ ਕਿ 24 ਅਪ੍ਰੈਲ 1993 ਈਸਵੀ ਨੂੰ ਲਾਗੂ ਹੋ ਜਾਂਦਾ। ਸਾਥੀਓ ਜਦੋਂ ਇਹ 73ਵਾਂ ਸੰਵਿਧਾਨ ਸੰਸ਼ੋਧਨ ਐਕਟ ਲਾਗੂ ਹੋ ਜਾਂਦਾ ਤਾਂ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਆਪਾਂ ਗੱਲ ਕਰਦੇ ਹਾਂ ਵੀ ਉਹ ਐਕਟ ਆਉਣ ਦੇ ਨਾਲ ਕਿਹੜੇ ਕਿਹੜੇ ਬਦਲਾਅ ਹੁੰਦੇ ਨੇ। ਸਭ ਤੋਂ ਪਹਿਲਾਂ ਗ੍ਰਾਮ ਸਭਾ ਬਣਦੀ ਆ। ਗ੍ਰਾਮ ਸਭਾ ਦੇ ਉਹ ਸਾਰੇ ਹੀ ਵਿਅਕਤੀ ਮੈਂਬਰ ਹਨ ਜਿਹੜੇ ਕਿ 18 ਸਾਲ ਦੀ ਉਮਰ ਟੱਪ ਚੁੱਕੇ ਨੇ ਅਤੇ ਰਾਜ ਦੁਆਰਾ ਇੱਕ ਲਿਸਟ ਜਾਰੀ ਹੁੰਦੀ ਆ ਅਤੇ ਉਸ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਪਾਇਆ ਜਾਂਦਾ ਹੈ। ਉਹਨਾਂ ਨੂੰ ਗ੍ਰਾਮ ਸਭਾ ਦੇ ਮੈਂਬਰ ਕਿਹਾ ਜਾਂਦਾ। ਇਸ ਤੋਂ ਇਲਾਵਾ ਇੱਕ 3 ਪੱਧਰੀ ਪੱਧਤੀ ਵੀ ਸਟਾਰਟ ਹੁੰਦੀ ਆ: ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ। ਇਹ 3 ਪੱਧਰੀ ਪੱਧਤੀ ਹਰੇਕ ਰਾਜ ਵਿੱਚ ਲਾਗੂ ਨਹੀਂ ਹੁੰਦੀ। ਜਿਨ੍ਹਾਂ ਰਾਜਾਂ ਦੀ ਜਨਸੰਖਿਆ 20 ਲੱਖ ਤੋਂ ਘੱਟ ਹੈ ਉੱਥੇ ਸਿਰਫ ਪਿੰਡ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਪ੍ਰਣਾਲੀ ਹੀ ਲਾਗੂ ਹੁੰਦੀ ਆ। ਉਸ ਤੋਂ ਬਾਅਦ ਸੰਵਿਧਾਨ ਦੇ ਵਿੱਚ ਪਾਰਟ 9 ਐਡ ਹੁੰਦਾ। ਆਰਟੀਕਲ 243 ਤੋਂ ਲੈ ਕੇ 243O ਤੱਕ ਐਡ ਕੀਤੇ ਜਾਂਦੇ ਨੇ। ਅਤੇ ਸਾਥੀਓ ਸੰਵਿਧਾਨ ਦੇ ਵਿੱਚ 11ਵਾਂ ਸ਼ਡਿਊਲ ਵੀ ਐਡ ਹੁੰਦਾ ਹੈ, ਜਿਸ ਦੇ ਵਿੱਚ ਕਿ ਪੰਚਾਇਤਾਂ ਨੂੰ 29 ਤਰ੍ਹਾਂ ਦੇ ਕੰਮ ਦਿੱਤੇ ਗਏ ਨੇ, 29 ਤਰ੍ਹਾਂ ਦੀਆਂ ਪਾਵਰਾਂ ਦਿੱਤੀਆਂ ਗਈਆਂ ਨੇ, ਜਿਹੜੀਆਂ ਕਿ 243G ਆਰਟੀਕਲ ਦੇ ਅਧੀਨ ਸੰਵਿਧਾਨ ਦੇ ਵਿੱਚ ਲਿਖੀਆਂ ਗਈਆਂ ਨੇ। ਇਹ ਸਾਥੀਓ 243 ਤੋਂ ਲੈ ਕੇ 243O ਤੱਕ ਪੰਚਾਇਤ ਨਾਲ ਸੰਬੰਧਿਤ ਆਰਟੀਕਲ ਹਨ, ਜਿਵੇਂ ਕਿ 243 ਦੇ ਵਿੱਚ ਡੈਫੀਨੇਸ਼ਨ ਦਿੱਤੀ ਗਈ ਆ, 243A ਦੇ ਵਿੱਚ ਗ੍ਰਾਮ ਸਭਾ ਬਾਰੇ ਦੱਸਿਆ ਗਿਆ ਹੈ। ਅਤੇ ਉਸ ਤੋਂ ਸਾਥੀਓ ਅੱਗੇ ਚੱਲ ਕੇ 243K ਦੇ ਵਿੱਚ ਪੰਚਾਇਤਾਂ ਦੀ ਇਲੈਕਸ਼ਨ, ਪੰਚਾਇਤਾਂ ਦੀਆਂ ਚੋਣਾਂ ਬਾਰੇ ਗੱਲ ਕੀਤੀ ਗਈ ਆ। ਇਹ ਸਾਥੀਓ ਸਾਰੇ ਆਰਟੀਕਲਾਂ ਨੂੰ ਇੱਕ ਵਾਰ ਧਿਆਨ ਨਾਲ ਜ਼ਰੂਰ ਦੇਖਿਓ। ਅਤੇ ਸਾਥੀਓ ਆਪਣਾ ਪੰਚਾਇਤ ਦਾ ਪੰਚਾਇਤੀ ਦਿਵਸ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। 24 ਅਪ੍ਰੈਲ ਨੂੰ ਤਾਂ ਮਨਾਇਆ ਜਾਂਦਾ ਹੈ ਕਿਉਂਕਿ 24 ਅਪ੍ਰੈਲ ਨੂੰ 73ਵਾਂ ਸੰਵਿਧਾਨ ਸੰਸ਼ੋਧਨ ਐਕਟ ਲਾਗੂ ਹੋਇਆ ਸੀ। ਕਈ ਵਾਰ ਸਾਥੀਓ ਪ੍ਰਸ਼ਨ ਬਣ ਜਾਂਦਾ ਹੈ ਕਿ ਪੰਚਾਇਤੀ ਰਾਜ ਸੰਸਥਾਵਾਂ ਦਾ ਜਨਕ ਕਿਸ ਨੂੰ ਮੰਨਿਆ ਜਾਂਦਾ ਹੈ? ਪੰਚਾਇਤੀ ਰਾਜ ਸੰਸਥਾਵਾਂ ਦਾ ਜਨਕ ਤਾਂ ਉਸ ਦਾ ਉੱਤਰ ਹੈ ਬਲਵੰਤ ਰਾਏ ਮਹਿਤਾ ਕਮੇਟੀ। ਅਤੇ ਜੇ ਪ੍ਰਸ਼ਨ ਬਣ ਜਾਵੇ ਗ੍ਰਾਮ ਪੰਚਾਇਤ ਦਾ ਜਨਕ ਕਿਸ ਨੂੰ ਕਿਹਾ ਜਾਂਦਾ ਹੈ, ਤਾਂ ਉਹ ਸਾਥੀਓ ਮਹਾਤਮਾ ਗਾਂਧੀ ਹੈ। ਜਦੋਂ ਸਾਥੀਓ ਪੰਚਾਇਤੀ ਰਾਜ ਹੋਂਦ ਵਿੱਚ ਆ ਗਿਆ ਤਾਂ ਇਸ ਦੇ ਵਿੱਚ ਸੀਟਾਂ ਦਾ ਰਾਖਵਾਂਕਰਨ ਵੀ ਕੀਤਾ ਗਿਆ ਹੈ। ਇਹ ਰਾਖਵਾਂਕਰਨ 3 ਸਤਰਾਂ ਉੱਤੇ ਹੁੰਦਾ ਹੈ। 3 ਸਤਰਾਂ ਉੱਤੇ ਅਨੁਸੂਚਿਤ ਜਾਤੀ ਜਨਜਾਤੀ ਦਾ ਰਾਖਵਾਂਕਰਨ ਜਨਸੰਖਿਆ ਦੇ ਅਨੁਪਾਤ 'ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਮੰਨ ਲਓ ਕਿ
ਵਿਅਕਤੀ ਜੋ ਕਿਸੇ ਜਾਤੀ ਨੂੰ ਸੰਬੰਧ ਰੱਖਦਾ ਉਸ ਲਈ ਇੱਕ ਸੀਟ, ਮਤਲਬ ਕਿ ਜਨਸੰਖਿਆ ਦੇ ਅਨੁਪਾਤ 'ਤੇ ਨਿਰਭਰ ਕਰਦੀ ਆ। ਅਤੇ ਉਸ ਤੋਂ ਬਾਅਦ ਸਾਥੀਓ ਗੱਲ ਆ ਜਾਂਦੀ ਆ ਔਰਤਾਂ ਦੀਆਂ ਰਾਖਵੀਆਂ ਸੀਟਾਂ ਦੀ। ਔਰਤਾਂ ਇਹਨਾਂ ਤਿੰਨੇ ਪੱਧਰਾਂ ਉੱਤੇ ਘੱਟੋ ਘੱਟ 1/3 ਹੋਣੀਆਂ ਜ਼ਰੂਰੀ ਹਨ। ਇਹਨਾਂ ਦੀ ਗਿਣਤੀ 50% ਵੀ ਹੋ ਸਕਦੀ ਹੈ, ਜਾਣੀ ਕਿ ਅੱਧੋ ਅੱਧ ਔਰਤਾਂ ਦੀਆਂ ਸੀਟਾਂ ਰਾਖਵੀਆਂ ਹੋ ਸਕਦੀਆਂ ਹਨ। ਔਰਤਾਂ ਦੀਆਂ 50% ਰਾਖਵੀਆਂ ਸੀਟਾਂ 20 ਰਾਜਾਂ ਵਿੱਚ ਹਨ ਅਤੇ ਉਹਨਾਂ 20 ਰਾਜਾਂ ਵਿੱਚੋਂ ਇੱਕ ਰਾਜ ਪੰਜਾਬ ਵੀ ਹੈ। 20 ਰਾਜਾਂ ਦੇ ਵਿੱਚ ਹਰਿਆਣਾ ਗੁਆਂਢੀ ਰਾਜ ਨਹੀਂ ਆਉਂਦਾ। ਅਤੇ ਸਾਥੀਓ ਇਹਨਾਂ ਤਿੰਨੇ ਪੱਧਰਾਂ ਦਾ ਸਮਾਂ ਕਾਲ 5 ਸਾਲ ਦਾ ਹੈ। ਜੇਕਰ ਸਾਥੀਓ 5 ਸਾਲ ਤੋਂ 6 ਮਹੀਨੇ ਰਹਿੰਦੇ ਪਹਿਲਾਂ ਕੋਈ ਵੀ ਗ੍ਰਾਮ ਪੰਚਾਇਤ, ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ 6 ਮਹੀਨੇ ਰਹਿਣ ਦੇ ਪਹਿਲਾਂ ਹੀ ਰੱਦ ਹੋ ਜਾਂਦੀਆਂ ਨੇ ਤਾਂ ਨਵੀਆਂ ਚੋਣਾਂ ਆਪਣੇ ਨਿਰਧਾਰਤ ਸਮੇਂ 'ਤੇ ਹੀ ਹੋਣਗੀਆਂ। ਜੇਕਰ ਸਾਥੀਓ ਥੋੜ੍ਹਾ ਸਮਾਂ ਚੱਲ ਕੇ ਇਹ ਤਿੰਨੇ ਪੱਧਰਾਂ 'ਚੋਂ, ਤਿੰਨੇ ਪੱਧਤੀਆਂ 'ਚੋਂ ਕੋਈ ਵੀ ਰੱਦ ਹੋ ਜਾਂਦੀ ਆ ਜਾਂ ਗਿਰ ਜਾਂਦੀ ਆ ਤਾਂ ਨਵੀਆਂ ਚੋਣਾਂ ਹੋਣਗੀਆਂ। ਇਹਨਾਂ ਦੇ ਮੈਂਬਰਾਂ ਦੀ ਉਮਰ 21 ਸਾਲ ਹੈ। ਅਤੇ ਸਾਥੀਓ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜਿਹੜੀਆਂ ਕਿ MLA ਜਾਂ MP ਦੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਲਈ ਇੱਕ ਆਪਣਾ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਹੁੰਦਾ ਹੈ ਜਿਹੜਾ ਕਿ ਉਹਨਾਂ ਦੀਆਂ ਚੋਣਾਂ ਨੂੰ ਕੰਡਕਟ ਕਰਾਉਂਦਾ ਹੈ। ਪਰ ਪੰਚਾਇਤੀ ਦੀਆਂ ਚੋਣਾਂ ਰਾਜ ਦੇ ਵਿੱਚ ਹਰੇਕ ਰਾਜ ਦਾ ਆਪਣਾ ਰਾਜ ਨਿਰਵਾਚਨ ਆਯੋਗ ਕਰਵਾਉਂਦਾ ਹੈ। ਇਸ ਦਾ ਸਿਰਫ ਇੱਕ ਅਧਿਕਾਰੀ ਹੁੰਦਾ ਹੈ। ਜਿਵੇਂ ਕਿ ਆਪਾਂ ਚੀਫ ਇਲੈਕਸ਼ਨ ਕਮਿਸ਼ਨ ਦੇਖਦੇ ਹਾਂ ਤਾਂ ਉਹਨਾਂ ਦੀ ਗਿਣਤੀ 1 ਤੋਂ ਹੌਲੀ ਹੌਲੀ 3 'ਤੇ ਪਹੁੰਚ ਚੁੱਕੀ ਆ, ਜਿਹੜੇ ਕਿ ਅੱਜ 3 ਹਨ। ਪਰ ਰਾਜ ਦੇ ਵਿੱਚ ਇਹ ਅਧਿਕਾਰੀ ਸਿਰਫ ਇੱਕ ਹੁੰਦਾ ਹੈ। ਇਸ ਦੀ ਨਿਯੁਕਤੀ ਰਾਜ ਦੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ। ਜੇਕਰ ਸਾਥੀਓ ਰਾਜ ਦੀਆਂ ਇਹਨਾਂ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਹੋ ਜਾਂਦਾ ਹੈ ਤਾਂ ਇਸ ਵਿਵਾਦ ਨੂੰ ਆਪਾਂ ਕਿਸੇ ਵੀ ਕੋਰਟ ਦੇ ਵਿੱਚ ਲੈ ਕੇ ਨਹੀਂ ਜਾ ਸਕਦੇ। ਇਸ ਵਿਵਾਦ ਨੂੰ ਰਾਜ ਵਿਧਾਨ ਮੰਡਲ ਦੁਆਰਾ ਨਿਯੁਕਤ ਇੱਕ ਅਧਿਕਾਰੀ ਦੇਖਦਾ ਹੈ ਜਾਂ ਇਸ ਸੰਬੰਧੀ ਰਾਜ ਦੀ ਵਿਧਾਨ ਮੰਡਲ ਕੋਈ ਵੀ ਕਾਨੂੰਨ ਬਣਾ ਸਕਦੀ ਹੈ। ਇਹ ਸੀ ਸਾਥੀਓ ਆਪਣਾ ਪੰਚਾਇਤਾਂ ਦਾ ਲੈਕਚਰ। ਅਤੇ ਉਸ ਤੋਂ ਨਾਲ ਹੀ ਸਾਥੀਓ ਇੱਕ ਪੈਸਾ ਐਕਟ 1996 ਦੇ ਵਿੱਚ ਆਇਆ ਸੀ। ਪੰਚਾਇਤੀ ਰਾਜ ਆਪਣੇ ਪੂਰੇ ਭਾਰਤ ਦੇ ਵਿੱਚ ਲਾਗੂ ਹੋ ਚੁੱਕਿਆ, ਪਰ ਪੈਸਾ ਐਕਟ 1996 ਦੇ ਅਧੀਨ ਜਿਹੜੇ ਏਰੀਏ 5th ਸ਼ਡਿਊਲ ਦੇ ਅੰਡਰ ਆਉਂਦੇ ਨੇ ਉੱਥੇ ਪੰਚਾਇਤੀ ਰਾਜ ਐਕਟ ਉਸ ਰਾਜ ਦੀਆਂ ਲੋੜਾਂ ਦੇ ਅਨੁਸਾਰ ਢਾਲ ਕੇ ਲਾਗੂ ਹੁੰਦਾ ਹੈ। ਅਤੇ ਸਾਥੀਓ ਆਪਾਂ ਪਿੱਛੇ ਗ੍ਰਾਮ ਸਭਾ ਦੀ ਗੱਲ ਕਰਕੇ ਆਏ ਹਾਂ ਕਿ ਗ੍ਰਾਮ ਸਭਾ ਦੇ ਮੈਂਬਰ ਕੌਣ ਹੁੰਦੇ ਨੇ। ਗ੍ਰਾਮ ਸਭਾ ਦੀ ਬੈਠਕ ਸਾਲ ਦੇ ਵਿੱਚ 2 ਵਾਰ ਹੋਣੀ ਜ਼ਰੂਰੀ ਆ। ਅਤੇ ਸਾਥੀਓ ਇਸ ਦੇ ਵਿੱਚ ਉਸ ਪਿੰਡ ਦੀ ਜਨਸੰਖਿਆ ਦਾ 5ਵਾਂ ਭਾਗ ਹਾਜ਼ਰ ਹੋਣਾ ਜ਼ਰੂਰੀ ਹੈ। ਜੇ 5ਵਾਂ ਭਾਗ ਹਾਜ਼ਰ ਨਹੀਂ ਤਾਂ ਗ੍ਰਾਮ ਸਭਾ ਦੀ ਇਹ ਬੈਠਕ ਸਫਲ ਨਹੀਂ ਮੰਨੀ ਜਾਂਦੀ। ਜਿਵੇਂ ਕਿ ਸਾਥੀਓ ਮੰਨ ਲਵੋ ਕਿ ਇੱਕ ਪਿੰਡ ਦੀ ਜਨਸੰਖਿਆ 500 ਹੈ ਅਤੇ ਜਦੋਂ ਗ੍ਰਾਮ ਸਭਾ ਦੀ ਬੈਠਕ ਹੁੰਦੀ ਹੈ ਤਾਂ ਉੱਥੇ 100 ਵਿਅਕਤੀਆਂ ਦਾ ਜਾਂ 100 ਮੈਂਬਰਾਂ ਦਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ। ਸਾਥੀਓ ਇਹ ਸੀ ਆਪਣਾ ਅੱਜ ਦਾ ਟੌਪਿਕ ਪੰਚਾਇਤੀ ਰਾਜ, ਜਿਹੜਾ ਕਿ ਕੰਪਲੀਟ ਹੋ ਚੁੱਕਿਆ। ਆਪਾਂ ਜਲਦੀ ਹੀ ਨਵਾਂ ਲੈਕਚਰ ਲੈ ਕੇ ਆਵਾਂਗੇ। ਧੰਨਵਾਦ।